हाँ जी दोस्तों, आज जमशेदपुर में बाबा जी ने सत्संग फरमाया। काफ़ी संगत पहुंची हुई थी, झारखंड के आसपास की भी, जो साथ में लगते स्टेट्स हैं। और कहा जा रहा है कि सेवादारों ने हर बार की तरह बहुत ही अच्छे वहाँ पे प्रबंध किए। तो ये दिवाली का गिफ्ट ही है वहाँ की संगत के लिए। झारखंड बहुत दूर है पंजाब से, और जो उसके आसपास के एरिया जैसे वेस्ट बंगाल, बिहार, उस साइड के एरियाज़। और दोस्तों, वहाँ बाबा जी ने आज बाणी ली थी, जग में घोर अंधेरा भारी। और शॉर्ट में आपके साथ पॉइंट्स शेयर किए जाएंगे जो बाबा जी इस बाणी पर कहते हैं। आप अंधेरे की गल कर रहे हैं, दूजी तरफ आपने ये भी किया है, संत दिवाली हित करे। सो सानू ਤਾਂ एक कॉन्ट्रडिक्शन लगती है कि एक पासे अंधकार बारे चर्चा कर रहे हैं और दूजे पासे प्रकाश बारे चर्चा कर रहे हैं। आप साडी अवस्था ਨੂੰ देख के, क्योंकि कर्मां ਦੇ ਗਿਲਾਫ ਚੜੇ ਹੋਏ ਹਨ, ਅੱਖਾਂ ਦੇ ਅੱਗੇ ਮਾਇਆ ਦਾ ਪਰਦਾ ਛਾਇਆ ਹੋਇਆ ਹੈ और ਇਨਸਾਨ ਉਸ ਅਗਿਆਨਤਾ ਦੇ ਅੰਧੇਰੇ ਵਿੱਚ ਆ ਕੇ ਫਸ ਗਿਆ ਹੈ। और उस अंधेरे ਦੇ ਵਿੱਚ ਨਾ ਤਾਂ ਇਹ ਚੰਗੀ ਤਰ੍ਹਾਂ ਪਹਿਚਾਨ ਸਕ ਰਿਹਾ ਹੈ और ਮਨ ਵਿੱਚ ਇੱਕ ਡਰ ਹੈ कि कल की होगा, परसों की होगा। और उस डर ਨੂੰ देखते हुए आप कह रहे हैं कि ਅਸੀਂ उस अज्ञानता ਦੇ अंधेरे ਵਿੱਚ फस के बैठ गए हाँ। ਅੱਗੇ ਬਾਬਾ ਜੀ ਨੇ ਇੱਕ ਬਹੁਤ ਸੁੰਦਰ ਉਦਾਹਰਨ ਦਿੱਤਾ। ਹੁਣ ਦੇਖੋ, ਅੰਧੇਰਾ ਕਮਰਾ ਹੈ, ਉਹਦੇ ਵਿੱਚ ਜਾਣ ਤੋਂ ਪਹਿਲਾਂ ਇਨਸਾਨ ਡਰਦਾ ਹੈ, ਮਗਰ ਅੰਧੇਰੇ ਵਿੱਚ ਜਾਣ ਤੋਂ ਪਹਿਲਾਂ ਜੇ ਆਪਾਂ ਬੱਤੀ ਦਾ ਸਹਾਰਾ ਲੈ ਲਈਏ, ਦੇਖਣ ਦੀ ਤਾਕਤ ਮਿਲ ਜਾਂਦੀ ਹੈ ਤੇ ਉਹ ਡਰ ਖਤਮ ਹੋ ਜਾਂਦਾ ਹੈ। ਉਸੇ ਤਰ੍ਹਾਂ ਇਨਸਾਨ ਮੌਤ ਤੋਂ ਡਰਦਾ ਹੈ। ਸਾਨੂੰ ਪਤਾ ਨਹੀਂ ਕਿ ਮੌਤ ਤੋਂ ਬਾਅਦ ਕੀ ਹੋਊਗਾ। ਆਪਾਂ ਬਾਰ-ਬਾਰ ਕੁਐਸਚਨ ਪੁੱਛਦੇ ਹਾਂ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਇਸੇ ਕਰਕੇ ਸੰਤ ਮਤ ਵਿੱਚ ਸਮਝਾਇਆ ਜਾਂਦਾ ਹੈ ਕਿ ਸਭ ਤੋਂ ਵੱਡਾ ਡਰ ਮੌਤ ਦਾ ਹੈ। ਔਰ ਅਗਰ ਅਸੀਂ ਮੌਤ ਦੇ ਉੱਤੇ ਕਾਬੂ ਪਾ ਲਈਏ, ਜਿੰਦੇ ਜੀ ਮਰਨਾ ਸਿੱਖ ਲਈਏ, ਤਾਂ ਸਾਡਾ ਉਹ ਵੀ ਡਰ ਖਤਮ ਹੋ ਜਾਊਗਾ। ਇਸੇ ਕਰਕੇ ਆਪਨੇ ਕੀ ਹਿਦਾਇਤ ਦਿੱਤੀ ਸੀ? ਨਾਨਕ ਜੀਵਨ ਦੇ ਅਮਰ ਰਹੀਏ, ਐਸਾ जोग कमाइए। जोगी कोई भरवें कपड़े पा के नहीं बन जाता। जोगी वो हुंदा है जो जींदे जी मरन दी युक्ति समझदा है और उन्होंने अनुभव करता है, उन्होंने महसूस करता है। हुण मालिक तां साडे अंग संग है और वो तां सर्वव्यापी है। वो तां पत्ते पत्ते विच, तिनके तिनके विच समाया होया है। मगर इहदे बावजूद इंसान की कुछ नहीं करता उन्होंने लभण वास्ते। ਅਸੀਂ ਕਦੇ ਧਰਮ ਸਥਾਨਾਂ 'ਤੇ ਜਾਂਦੇ ਹਾਂ ਜਾਂ ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ ਵਿੱਚ ਜਾਂਦੇ ਹਾਂ। ਹਾਲਾਂਕਿ ਮਾਲਿਕ ਤਾਂ ਸਾਡੇ ਅੰਦਰ ਹੈ, ਪਰ ਸਾਨੂੰ ਕਿਉਂ ਜ਼ਰੂਰਤ ਮਹਿਸੂਸ ਹੁੰਦੀ ਹੈ? ਆਪਾਂ ਕਿਉਂਕਿ ਅੰਦਰ ਜਾਣ ਦੀ ਤਾਕਤ ਨਹੀਂ ਰਹੀ, ਇਸ ਕਰਕੇ ਅੰਦਰੋਂ ਦਰਸ਼ਨ ਨਹੀਂ ਕਰ ਸਕੇ, ਬਾਹਰਮੁਖੀ ਹੋ ਗਏ ਹਾਂ ਤੇ ਸਾਰਾ ਕੁਝ ਬਾਹਰਮੁਖੀ ਸਾਧਨਾ ਵਿੱਚ ਆਪਾਂ ਨੇ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਗੇ ਦੋਸਤੋ, ਬਾਬਾ ਜੀ ਨੇ ਦੀਵਾਲੀ ਉੱਤੇ ਕਿਹਾ ਕਿ ਹੁਣ ਦੀਵਾਲੀ ਉੱਤੇ ਦੀਏ ਜਲਾਏ ਜਾਂਦੇ ਹਨ। ਕਦੇ ਸੋਚਿਆ ਹੈ ਕਿ ਇਹਨਾਂ ਦਾ ਕੀ ਮਕਸਦ ਹੈ? ਅਸੀਂ ਤਾਂ ਸੋਚਦੇ ਹਾਂ ਕਿ ਉਸ ਵਕਤ ਰਾਮ ਜੀ ਵਾਪਸ ਆਏ ਸੀ ਤੇ ਉਹਨਾਂ ਦੀ ਖੁਸ਼ੀ ਵਿੱਚ ਦੀਏ ਜਲਾਏ ਜਾਂਦੇ ਹਨ। ਮਗਰ ਉਹਦਾ ਅਸਲ ਮਕਸਦ ਕੀ ਸੀ? ਕਿ ਸੱਚ ਦੀ ਜਿੱਤ ਹੋਈ ਸੀ ਔਰ ਝੂਠ ਦੀ ਹਾਰ ਹੋਈ ਸੀ। ਇਹ ਬੜੀ ਸਿੰਬੋਲਿਕ ਚੀਜ਼ ਹੈ। ਜਾਗਰਤਾ ਮਤਲਬ ਸਾਨੂੰ ਦੇਖਣ ਦੀ, ਅਹਿਸਾਸ ਕਰਨ ਦੀ, ਸਮਝਣ ਦੀ ਤਾਕਤ ਹਾਸਿਲ ਹੋਈ ਹੈ। ਮਗਰ ਅਸੀਂ ਇਹਨਾਂ ਚੀਜ਼ਾਂ ਬਾਰੇ ਆਪਣੀਆਂ ਗ੍ਰੰਥਾਂ ਪੋਥੀਆਂ ਵਿੱਚ ਪੜ੍ਹਿਆ, पर ऐसी की किता? ऐसी बाहर दीवे जलाने शुरू कर दिते, ऐसी बाहर कैंडल्स जलानियाँ शुरू कर दित्तियाँ। मगर आपने की हिदायत दित्ती सी? अंतर जोत निरंतर बाणी, साचे साहिब स्यों लिव लाई। वो अंदरली जोत। हुण बाहर ऐसी जिन्नियां भी जोतां जला लईए, कि वो साडे अज्ञानता दे अंधेरे नूं दूर कर सकदियां हन? ये सिंबॉलिक चीज़ सी। मगर असल जोत तां, उहदे दर्शन तां आपां ने अंदरों करने हन। और क्योंकि अज्ञानता ਦੇ ਅੰਧੇਰੇ ਵਿੱਚ ਫਸੇ ਹੋਏ ਹਾਂ, ਇਸ ਕਰਕੇ ਸਾਨੂੰ ਤਾਂ ਮਾਲਿਕ ਦੀ ਵੀ ਪਹਿਚਾਨ ਨਹੀਂ ਹੋ ਰਹੀ, ਉਹਦੇ ਵੀ ਦਰਸ਼ਨ ਨਹੀਂ ਹੋ ਰਹੇ। ਆਪਨੇ ਸਮਝਾਇਆ ਸੀ ਕਿ ਦੇਖੋ, ਪਰਮਾਤਮਾ ਵੀ ਸਾਡੇ ਅੰਦਰ ਹੈ, ਆਤਮਾ ਵੀ ਸਾਡੇ ਅੰਦਰ ਹੈ, ਮਗਰ ਇਸ ਦੇ ਬਾਵਜੂਦ ਦੋਨੋਂ ਅਗਰ ਮਿਲਾਪ ਨਹੀਂ ਕਰ ਸਕਦੇ ਤਾਂ ਇਸ ਦਾ ਕੀ ਰੀਜ਼ਨ ਹੈ? ਆਪਨੇ ਬਾਣੀ ਵਿੱਚ ਕਿਹਾ, ਏਕਾ ਸੰਗਤ ਏਕੈ ਗ੍ਰਹਿ ਵਸਤੇ ਮਿਲ ਬਾਤ ਨਾ ਕਰਤੇ ਭਾਈ। ਕਿ ਦੋਨੋਂ ਇੱਕੋ ਘਰ ਵਿੱਚ ਰਹਿ ਰਹੇ ਹਨ, ਮਗਰ ਇੱਕ ਦੂਜੇ ਨਾਲ ਮੁਲਾਕਾਤ ਨਹੀਂ, ਇੱਕ ਦੂਜੇ ਦੀ ਪਹਿਚਾਨ ਨਹੀਂ, ਇਸੇ ਕਰਕੇ ਬਾਹਰੋਂ ਲੱਭਦੇ ਫਿਰਦੇ ਹਾਂ। ਫਿਰ ਉਹਦਾ ਆਪ ਰੀਜ਼ਨ ਦੱਸਦੇ ਹਨ, ਅੰਤਰ ਅਲੱਖ ਨਾ ਜਾਈ ਲੱਗਿਆ, ਵਿੱਚ ਪਰਦਾ ਹਉਮੈ ਪਾਈ। ਕਿਉਂਕਿ ਇਹ ਮੈਂ ਔਰ ਮੇਰੀ ਦੀ ਦੀਵਾਰ ਹੈ, ਹਉਮੈ ਦੀ, ਈਗੋ ਦੀ, ਅਹੰਕਾਰ ਦੀ ਦੀਵਾਰ ਹੈ। ਔਰ ਫਿਰ ਆਪ ਕਹਿੰਦੇ ਹਨ ਕਿ ਇਹ ਜਿਹੜੀਆਂ ਬਾਹਰਲੀਆਂ ਬਿਮਾਰੀਆਂ ਹਨ, ਇਹਨਾਂ ਤੋਂ ਤਾਂ ਆਪਾਂ ਨੂੰ ਫਿਰ ਵੀ ਰਾਹਤ ਮਿਲ ਸਕਦੀ ਹੈ, ਦਵਾਈ ਫਿਰ ਵੀ ਮਿਲ ਸਕਦੀ ਹੈ।
ਮਗਰ ਇਹ ਜੋ ਸਾਡੀ ਅੰਦਰਲੀ ਬਿਮਾਰੀ ਹੈ, ਇਹ ਹਉਮੈ ਦੀ, ਇਹ ਮੈਂ ਔਰ ਮੇਰੀ ਦੀ, ਇਹਦੇ ਨਾਲ ਉਲਝਣਾ ਪੈਂਦਾ ਹੈ। ਔਰ ਫਿਰ ਕਹਿੰਦੇ ਹਨ ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੀ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਵੇ। ਸਭ ਤੋਂ ਵੱਡਾ ਜੇ ਇਨਸਾਨ ਨੂੰ ਰੋਗ ਹੈ ਉਹ ਹਉਮੈ ਦਾ ਹੈ, ਉਹ ਮੈਂ ਮੇਰੀ ਦਾ ਹੈ। ਮਗਰ ਰੋਗ ਦੱਸਦੇ ਹੋਏ ਆਪ ਕਹਿੰਦੇ ਹਨ ਕਿ ਮਾਲਿਕ ਦੀ ਇੰਨੀ ਬਖਸ਼ਿਸ਼ ਹੈ ਕਿ ਉਹਦੀ ਦਵਾਈ ਦਾਰੂ ਕਿਤੇ ਦੂਰ ਨਹੀਂ ਹੈ, ਉਹ ਵੀ ਨਾਲ ਰੱਖੀ ਹੈ। ਦਾਰੂ ਵੀ ਇਸ ਮਾਹੀ, ਕਿਰਪਾ ਕਰੇ ਜੇ ਆਪਣੀ, ਜੇ ਉਹਦੀ ਬਖਸ਼ਿਸ਼ ਹੋ ਜਾਵੇ, ਉਹਦੀ ਦਇਆ ਹੋ ਜਾਵੇ, ਉਹ ਸਾਨੂੰ ਉਸ ਨਾਮ, ਉਸ ਸ਼ਬਦ ਦੇ ਨਾਲ ਜੋੜ ਦੇਵੇ, ਜਿਹਦੇ ਨਾਲ ਅਸੀਂ ਆਪਣੇ ਦਾਇਰੇ ਨੂੰ ਖੋਲ੍ਹ ਕੇ ਅਸੀਂ ਉਸ ਜਾਗਰਤ ਅਵਸਥਾ ਵਿੱਚ ਆ ਸਕੀਏ, ਪ੍ਰਕਾਸ਼ ਦੇ ਦਰਸ਼ਨ ਕਰ ਸਕੀਏ। ਤਾਂ ਸਾਨੂੰ ਪਹਿਚਾਨ ਆਊਗੀ, ਤਾਂ ਅਸੀਂ ਇਸ ਲਾਇਕ ਬਣਾਂਗੇ ਕਿ ਰੂਹਾਨੀ ਰਸਤੇ ਨੂੰ ਅਪਣਾ ਸਕੀਏ। ਅੱਗੇ ਬਾਬਾ ਜੀ ਨੇ ਬਾਈਬਲ ਦਾ ਉਦਾਹਰਨ ਦਿੰਦੇ ਹੋਏ ਫਰਮਾਇਆ, ਆਪ ਨੇ ਬਾਈਬਲ ਵਿੱਚ ਕਿਹਾ ਸੀ, ਇਫ thy eye will be single, thy whole body shall be full of light, ਕਿ ਜੇ ਤੁਸੀਂ ਦਵੈਤ ਦੀ ਭਾਵਨਾ ਨੂੰ, ਮੈਂ ਔਰ ਮੇਰੀ ਨੂੰ ਛੱਡ ਕੇ ਏਕਤਾ ਵਿੱਚ ਕਦਮ ਰੱਖੋਗੇ, ਇਹ ਬਾਹਰਲੀਆਂ ਦੋਨੋਂ ਅੱਖਾਂ ਨੂੰ ਬੰਦ ਕਰਕੇ ਉਸ ਤੀਸਰੀ ਅੱਖ ਨੂੰ ਖੋਲ੍ਹੋਗੇ, ਆਪ ਕਹਿੰਦੇ ਹਨ ਕਿ ਫਿਰ ਸਾਰਾ ਜਿਸਮ ਉਸ ਨੂਰ ਨਾਲ, ਉਸ ਪ੍ਰਕਾਸ਼ ਦੇ ਨਾਲ ਭਰ ਜਾਊਗਾ। मैं मुश्ताक दीदार दी हाँ, मुफ्त विकांदी जान दी बांदी। ਅਸੀਂ ਦਵੈਤ ਵਿੱਚ ਆ ਗਏ ਹਾਂ। ਇਹ ਸਰੀਰਾਂ ਕਰਕੇ ਅਸੀਂ ਸੋਚਦੇ ਹਾਂ ਕਿ ਸਾਡੀ ਹਸਤੀ ਅਲੱਗ ਹੈ, ਮਾਲਿਕ ਪਤਾ ਨਹੀਂ ਕਿੱਥੇ ਬੈਠਾ ਹੈ, ਔਰ ਅਸੀਂ ਇਹ ਲੰਬਾ ਸਫ਼ਰ ਤੈਅ ਕਰਕੇ ਉਹਦੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨੀ ਹੈ। ਰੂਹਾਨੀਅਤ, ਪਰਮਾਰਥ ਸਿਰਫ ਇੱਕ ਪਹਿਚਾਨ ਹੈ, ਇੱਕ ਰੀਅਲਾਈਜੇਸ਼ਨ ਹੈ। ਅੱਗੇ ਦੋਸਤੋ ਬਾਬਾ ਜੀ ਨੇ ਫਰਮਾਇਆ ਕਿ ਮਾਲਿਕ ਨੇ ਜਿੱਦਣ ਇਨਸਾਨ ਦਾ ਜਾਮਾ ਬਖਸ਼ਿਆ ਸੀ, ਉਦੋਂ ਉਹਨੇ ਜੋ ਦੇਣਾ ਸੀ ਦੇਤਾ। ਹੁਣ ਅਸੀਂ ਉਹਦੀ ਸਿਰਫ ਪਹਿਚਾਨ ਕਰਨੀ ਹੈ ਤੇ ਉਹਦੀ ਕਦਰ ਕਰਨੀ ਹੈ। ਕਿ ਸਵਾਮੀ ਜੀ ਨੇ ਇੱਕ ਜਗ੍ਹਾ ਕਿਹਾ ਸੀ ਕਿ ਜੋ ਦੁਨੀਆ ਕਹਿੰਦੀ ਹੈ ਨਾ, ਸੰਤ ਉਹਦਾ ਉਲਟਾ ਕਰਦੇ ਹਨ। ਸੰਤ ਮਹਾਤਮਾ ਬਿਲਕੁਲ ਉਲਟ ਕਹਿੰਦੇ ਹਨ। ਦੁਨੀਆ ਕਹਿੰਦੀ ਹੈ ਅੱਖਾਂ ਖੋਲ੍ਹ ਕੇ ਦੇਖੋ, ਸੰਤ ਕਹਿੰਦੇ ਹਨ ਅੱਖਾਂ ਨੂੰ ਬੰਦ ਕਰਕੇ ਦੇਖੋ। ਦੁਨੀਆ ਕਹਿੰਦੀ ਹੈ ਕੰਨਾਂ ਦੇ ਨਾਲ ਸੁਣੋ, ਉਹ ਕਹਿੰਦੇ ਹਨ ਕੰਨਾਂ ਨੂੰ ਬੰਦ ਕਰਕੇ ਸੁਣੋ। ਦੁਨੀਆ ਕਹਿੰਦੀ ਹੈ ਕਿ ਜੀਣਾ ਸਿੱਖੋ, ਉਹ ਕਹਿੰਦੇ ਹਨ ਮਰਨਾ ਸਿੱਖੋ। ਸੋ ਇਸ ਕਰਕੇ ਬੜਾ ਜ਼ਰੂਰੀ ਹੈ ਕਿ ਆਪਾਂ ਪਰਮਾਰਥ ਦੇ ਰਸਤੇ ਉੱਤੇ ਅੱਗੇ ਵਧਣ ਤੋਂ ਪਹਿਲਾਂ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਸਮਝ ਸਕੀਏ। ਹੁਣ ਆਪਾਂ ਦੂਜਿਆਂ ਦੀ ਕੀ ਗੱਲ ਕਰੀਏ, ਆਪਾਂ ਖੁਦ ਨੂੰ ਹੀ ਦੇਖ ਲਈਏ। ਆਪਾਂ ਆਪਣੇ ਆਪ ਨੂੰ ਸਤਸੰਗੀ ਕਹਿਲਾਉਂਦੇ ਹਾਂ ਕਿ ਆਪਾਂ ਸਮਝ ਗਏ ਹਾਂ। ਅਸੀਂ ਵੀ ਹਜੇ ਤੱਕ ਅੰਧੇਰੇ ਵਿੱਚ ਠੋਕਰਾਂ ਖਾ ਰਹੇ ਹਾਂ ਔਰ ਆਪਣਾ ਆਪਣਾ ਤਰਜਮਾ ਕੱਢ ਕੇ ਬਹਿ ਜਾਂਦੇ ਹਾਂ ਕਿ ਆਪਾਂ ਸਤਸੰਗਾਂ ਨੂੰ ਹੀ ਸਭ ਕੁਝ ਸਮਝ ਕੇ ਬੈਠ ਜਾਂਦੇ ਹਾਂ। ਪਰ ਚਾਹੀਦਾ ਤਾਂ ਇਹ ਸੀ ਕਿ ਜੋ ਸਤਸੰਗ ਵਿੱਚ ਸਮਝਾਇਆ ਜਾਂਦਾ ਹੈ ਉਸ 'ਤੇ ਅਮਲ ਕਰੀਏ। ਹੁਣ ਸਤਸੰਗ ਕਿਹਨੂੰ ਕਹਿੰਦੇ ਹਨ? ਆਪ ਨੇ ਕਿਹਾ ਸੀ ਮਾਧੋ ਜੀ ਸਤ ਸੰਗਤ ਮੇਲ ਹਰ ਧਿਆਈਏ। ਉੱਥੇ ਦੱਸਿਆ ਜਾਂਦਾ ਹੈ ਕਿ ਕੀ ਕਰਨਾ ਹੈ। ਉਹ ਕਦਮ ਚੁੱਕਾਂਗੇ, ਧਿਆਵਾਂਗੇ, ਉਹ ਸਾਡੇ ਧਿਆਨ ਵਿੱਚ ਬੈਠੂਗਾ, ਤਾਂ ਇਸ ਚੀਜ਼ ਦੀ ਪਹਿਚਾਨ ਆਊਗੀ। ਔਰ ਫਿਰ ਆਪ ਕਹਿੰਦੇ ਹਨ ਸਤ ਸੰਗਤ ਤਾਕੋ ਜਾਣੀਏ ਜਿੱਥੇ ਇੱਕੋ ਨਾਮ ਬਖਾਣੀਏ, ਜਿੱਥੇ ਸਿਰਫ ਇੱਕ ਦੀ ਚਰਚਾ ਕੀਤੀ ਜਾਂਦੀ ਹੈ। ਅਸੀਂ ਤਾਂ ਅਨੇਕਤਾ ਵਿੱਚ ਫਸੇ ਹੋਏ ਹਾਂ। ਸਾਡੇ ਮਨ ਵਿੱਚ ਤਾਂ ਹਰ ਵਕਤ ਇਹੀ ਆਉਂਦਾ ਹੈ ਕਿ ਕਿਹੜਾ ਰਸਤਾ ਅਪਣਾਈਏ, ਕਿਹਦੀ ਭਗਤੀ ਕਰੀਏ, ਕਿਹਦੇ ਸਾਹਮਣੇ ਮੱਥੇ ਟੇਕੀਏ। ਹੈ ਕੋਈ ਮਜ਼ਹਬ ਜਿਹਨੇ ਕਿਹਾ ਹੈ 2 ਮਾਲਿਕ ਹਨ ਜਾਂ 3 ਮਾਲਿਕ ਹਨ, ਜਦੋਂ ਸਾਰੇ ਹੀ ਇੱਕ ਦੀ ਪਹਿਚਾਨ ਕਰਦੇ ਹਨ। ਔਰ ਹਰੇਕ ਮਹਾਂਪੁਰਖ ਨੇ ਆ ਕੇ ਸਿਰਫ ਇੱਕ ਦੀ ਚਰਚਾ ਕੀਤੀ ਹੈ। ਪਲਟੂ ਸਾਹਿਬ ਨੇ ਫਰਮਾਇਆ ਸੀ ਪਲਟੂ ਏਕ ਹੀ ਏਕ ਹੈ, ਦੂਸਰ ਨਾ ਹੀ ਕੋਏ। ਵੇਦਾ ਸ਼ਾਸਤਰਾਂ ਨੇ ਉਹਨੂੰ ਇੱਕ ਏਕਾ ਕਹਿ ਕੇ ਬਿਆਨ ਕੀਤਾ ਹੈ। ਹੁਣ ਗੁਰੂ ਘਰ ਕਹਿੰਦਾ ਹੈ ਏਕ ਪਿਤਾ ਏਕਸ ਕੇ ਹਮ ਵਾਰਕ। ਉਹ ਕੁਲ ਮਾਲਿਕ ਸਾਡਾ ਪਿਤਾ ਹੈ, ਅਸੀਂ ਉਹਦੀ ਸੰਤਾਨ ਹਾਂ। ਫਿਰ ਚਰਚਾ ਤਾਂ ਇੱਕ ਦੀ ਕੀਤੀ ਜਾਂਦੀ ਹੈ, ਐਸੀ ਕਿਵੇਂ ਦਵੈਤ ਵਿੱਚ ਆ ਕੇ ਫਸ ਗਏ? ਐਸੀ ਫਿਰ ਕਿਵੇਂ ਬਾਹਰਮੁਖੀ ਸਾਧਨਾ ਵਿੱਚ ਫਸ ਗਏ?